ਇਹ ਜਿਹੜਾ ਡੋਗਰ ਮੋਟਰ ਨਨਕਾਣਾ ਹੈ ਜੀ ਇਹ ਕਿਸ ਜਗ੍ਹਾ ਲਾਉਂਦੇ ਹੋ ਮੇਲਾ ਔਰ ਇੱਥੇ ਇਹ ਕੀ ਚੀਜ਼ ਹੈ? ਕਈ ਲੋਕ ਸਮਝਦੇ ਨੇ ਕਿ ਨਨਕਾਣੇ ਸ਼ੋਰੂਮ ਹੈ। ਨਨਕਾਣੇ ਨਹੀਂ, ਇਹ ਮੇਰੀ ਪਹਿਚਾਣ ਹੈ ਨਨਕਾਣੇ ਦੇ ਨਾਮ। ਮੈਂ ਨਨਕਾਣੇ ਦੇ ਨਾਮ ਨੂੰ ਨਹੀਂ ਛੱਡਿਆ। ਡੋਗਰ ਮੋਟਰ ਨਨਕਾਣਾ ਜਨਾਬ ਇਸ ਵਕਤ ਜੀ ਹਾਂਜੀ, ਸੈਲੀਬ੍ਰਿਟੀ ਹੋ ਤੁਸੀਂ। ਦੁਨੀਆ ਦੇ ਉੱਤੇ ਮਾਸ਼ਾਅੱਲਾ ਹਾਂ। ਬੜਾ ਨਾਮ ਕਮਾਇਆ ਹੈ। ਅੰਦਰ ਸੁਸਾਇਟੀ ਦੇ ਅੰਦਰ ਸਾਡਾ ਸ਼ੋਰੂਮ ਹੈ ਔਰ ਅਸੀਂ ਮੇਲਾ ਲਾਉਂਦੇ ਹਾਂ। ਸਿਰਫ ਅਸੀਂ ਗੱਡੀ ਮੇਲੇ 'ਚ ਹੀ ਵੇਚਦੇ, ਅੱਗੇ ਪਿੱਛੇ ਅਸੀਂ ਗੱਡੀ ਸੇਲ ਨਹੀਂ ਕਰਦੇ। ਤੇ ਲੋਕ ਸਾਡੇ ਕੋਲ ਗੱਡੀਆਂ ਲੈ ਕੇ ਆ ਜਾਂਦੇ ਨੇ, ਉਹਨਾਂ ਦੀ ਅਸੀਂ ਗੱਡੀ ਸੇਲ ਕਰਨੇ ਆ। ਗੱਡੀ ਭਾਵੇਂ 3 ਕਰੋੜ ਦੀ ਹੋਵੇ, ਭਾਵੇਂ 2 ਕਰੋੜ ਦੀ ਹੋਵੇ, ਸਾਡਾ ਫਿਕਸ ਕਮਿਸ਼ਨ ਹੈ। ਕਿੰਨੀਆਂ ਗੱਡੀਆਂ ਆਉਂਦੀਆਂ ਨੇ ਮੇਲੇ 'ਚ? ਤਕਰੀਬਨ 2-3 ਹਜ਼ਾਰ ਗੱਡੀ ਆ ਜਾਂਦੀ। ਖਾਣਾ ਸਾਡਾ 3 ਟਾਈਮ ਖਾਣਾ ਚੱਲਦਾ ਔਰ ਅੱਛਾ ਖਾਣਾ, ਮਿਆਰੀ ਖਾਣਾ ਅਸੀਂ ਦਿੰਦੇ। ਇਹ ਨਹੀਂ ਕਿ ਐਵੇਂ ਬਸ ਫਾਰਮੈਲਿਟੀ ਪੂਰੀ ਨਹੀਂ। ਮੇਰੇ ਕੋਲ ਮਾਸ਼ਾਅੱਲਾ 135 ਬੰਦੇ ਨੇ। ਖਰੀਦਣੀ ਵੀ ਆਸਾਨ ਹੈ ਔਰ ਵੇਚਣੀ ਵੀ ਆਸਾਨ ਹੈ, ਕਿਉਂਕਿ ਹਰ ਤਰ੍ਹਾਂ ਦਾ ਕਸਟਮਰ ਆਇਆ ਹੁੰਦਾ। ਕਿਸੇ ਨੂੰ ਇੱਕ ਚੀਜ਼ ਪਸੰਦ ਆ ਰਹੀ ਹੁੰਦੀ, ਦੂਸਰੇ ਨੂੰ ਨਹੀਂ ਆ ਰਹੀ ਹੁੰਦੀ। ਆਮ ਤੌਰ ਤੇ ਬੰਦਾ ਜਦੋਂ ਗੱਡੀ ਖਰੀਦਦਾ ਉਹਨੂੰ ਇਹ ਸ਼ੱਕ ਹੁੰਦਾ ਜਾਂ ਡਰ ਹੁੰਦਾ ਸੈਕੰਡ ਹੈਂਡ ਗੱਡੀ 'ਚ ਕਿ ਲੱਗੀ ਨਾ ਹੋਏ ਜਾਂ ਚੋਰੀ ਦੀ ਨਾ ਹੋਏ। ਬੜਾ ਉਹਦੀ ਵੀ ਡਰ ਤੁਸੀਂ ਗਾਰੰਟੀ ਦਿੰਦੇ ਹੋ? ਸਾਰੇ ਬਾਹਰੋਂ ਤੇ ਹੈ ਹੀ ਡਰ ਹੈ ਨਾ। ਸਾਰਾ ਡਰ ਹੀ ਤੇ ਖਤਮ ਕੀਤਾ है लोगों का, ਤਾਂ ਹੀ ਤੇ ਲੋਕ ਸਾਡੇ को आ रहे हैं। बिस्मिल्लाहिर्रहमानिर्रहीम, अस्सलाम वालेकुम ख़वातीन व हज़रात, डॉक्टर अब्दुल बासित पॉडकास्ट में खुश आमदीद। नाज़रीन, आज की जो हमारी पॉडकास्ट है वो गाड़ियों से मुतल्लिक है और जो मेहमान शख्सियत हमारे स्टूडियो में मौजूद हैं वो अपनी मेहनत, महारत और यूनिक स्टाइल की वजह से इस वक्त सोशल मीडिया पे और गाड़ियों की जो इंडस्ट्री है उसमें एक बड़ा नाम बन चुके हैं। डोगर मोटर ननकाना से जनाब शहजाद डोगर साहब हमारे साथ मौजूद हैं। अस्सलाम वालेकुम डोगर साहब। जी वालेकुम सलाम जनाब बड़ी खुश आमदीद, बड़ा शुक्रिया तुसी तशरीफ ले आए। जी, ਤੁਹਾਡਾ शुक्रिया है कि तुसी सानू इन्नी इज्जत दी। डोगर साहब थोड़ा सा मुझे ये बताएं, फिर मैं आऊँगा ये गाड़ियों और इन चीज़ों के ऊपर। आपकी जो कामयाबी की कहानी है, माशाल्लाह अल्लाह ने आपको बड़ी इज्जत दी है इस वक्त, वो कहाँ से शुरू होती है? आपका अपना सफ़र किस शहर, किस गाँव से, और फिर आज यहाँ तक पहुँचने में कितना टाइम लगा? मैं जी ननकाना साहब तो बिलोंग करना, बड़े छोटे ਜਿਹੇ शहर तो, छोटा ਜਿਹਾ सिटी है साडा और वैसे है ज़िला है। और इतों मैं बिलोंग करना बहुत, मैं नीचे ऊपर आया, बड़ी मेहनत की है, बड़े धक्के खाते ने। सब तो पहले मैं, वो तो सफ़र बड़ा लम्बा है, कुछ दसो ना थोड़ा थोड़ा जिहा। थोड़ा दस देने हाँ। कि मैं ये सब तो पहले मैं करियाने की दुकान भी सी मेरी। अच्छा। हाँ जी, ਕਰਿਆਨੇ ਦੀ ਦੁਕਾਨ ਸੀ। ਮੈਂ ਮੇਲਿਆਂ ਤੇ ਨਾ, ਪਹਿਲੇ ਮੇਲੇ ਪਿੰਡਾਂ 'ਚ ਮੇਲੇ ਲੱਗਦੇ ਹੁੰਦੇ ਸੀ ਨਾ, हाँ, ਮੈਂ ਮੇਲਿਆਂ ਤੇ ਮਠਿਆਈ ਵੀ ਦੁਕਾਨ ਵੀ ਸੇਲ ਲਾਉਂਦੇ ਕਰਦਾ ਰਹੇ। ਰਿਹਾ। ਹਾਂਜੀ, अच्छा। ਮਠਿਆਈ ਦੀ ਦੁਕਾਨ ਵੀ ਬਣਾਉਂਦੇ ਰਹੇ ਸੀ। ਕਿੰਨਾ ਅਰਸਾ ਤੁਸੀਂ ਕਰਿਆਨੇ ਦੀ ਦੁਕਾਨ ਔਰ ਮਿਠਾਈ ਵਾਲੀ ਦੁਕਾਨ ਰੱਖੀ? ਮਠਿਆਈ ਕਰਿਆਨੇ ਦੀ ਦੁਕਾਨ ਤਕਰੀਬਨ ਕੋਈ 2 ਸਾਲ ਤੇ ਰੱਖੀ। ਇਹ ਕਿਸ ਜਗ੍ਹਾ? ਪਿੰਡ ਸੀ 565 ਡੋਗਰਾਂ ਵਾਲਾ। ਅੱਛਾ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਇਹ ਗੱਡੀਆਂ ਵਾਲ ਕਿਸ ਕਿਦੋਂ ਉਸ ਤੋਂ ਬਾਅਦ ਫਿਰ ਮੈਂ ਆਸਤਾ ਆਸਤਾ ਕੰਮ ਚੇਂਜ ਕਰਦਾ ਰਿਹਾ ਨਾਲੋਂ ਨਾਲ, ਕਿ ਫਿਰ ਮੈਂ ਮਿਲ 'ਚ ਨੌਕਰੀ ਕੀਤੀ। ਸ਼ੂਗਰ ਮਿਲ ਹੈ ਸਾਡੇ ਕੋਲ, ਉੱਥੇ ਨੌਕਰੀ ਤੇ ਲੱਗ ਗਿਆ। ਸਾਈਕਲ ਸਟੈਂਡ ਦਾ ਠੇਕਾ ਸੀ ਸਾਡੇ ਕੋਲ, ਉੱਥੇ ਵੀ ਸਾਈਕਲਾਂ ਦੀ ਰਖਵਾਲੀ ਕਰਦੇ ਰਹੇ ਹਾਂ। ਲੋਕਾਂ ਦੇ ਸਾਈਕਲ ਜਿਹੜੇ ਵਰਕਰ ਆਉਂਦੇ ਸੀ ਉਹਨਾਂ ਦੀ ਰਖਵਾਲੀ ਕਰੀ ਸੀ। ਹਾਂਜੀ, ਔਰ ਉੱਥੇ ਸਾਡੀ 1400 ਤਨਖਾਹ ਸੀ। 1400 ਤੋਂ ਫਿਰ 2400 ਹੋਈ, 2400 ਤੋਂ 3400 ਹੋਈ। 1400 ਕਿਸ ਸਾਲ ਵਿੱਚ ਤਨਖਾਹ ਸੀ ਤੁਹਾਡੀ? ਇਹ 92 'ਚ। ਅੱਛਾ, 1992। 1992 ਦੇ ਵਿੱਚ 1400 ਤਨਖਾਹ ਸੀ। ਠੇਕਾ ਸੀ ਮਿਲ, ਸ਼ੂਗਰ ਮਿਲ ਵਾਲਿਆਂ ਨੇ ਸਾਨੂੰ ਠੇਕੇ ਤੇ ਲਿਆ ਸੀ ਸਾਈਕਲ ਸਟੈਂਡ। ਉਹ ਸਾਨੂੰ ਇਕੱਠੇ ਪੈਸੇ ਦੇ ਦਿੰਦੇ ਸੀ ਸ਼ੂਗਰ ਮਿਲ ਵਾਲੇ। ਠੀਕ। ਉਹ ਵਰਕਰਾਂ ਕੋਲੋਂ ਪੈਸੇ ਕੱਟਦੇ ਸੀ ਜਾਂ ਨਹੀਂ ਸੀ ਕੱਟਦੇ, ਸਾਨੂੰ ਨਹੀਂ ਪਤਾ। ਸਾਨੂੰ ਉਹਨਾਂ ਨੇ ਇਕੱਠੇ ਪੈਸੇ ਦੇਣੇ ਹੁੰਦੇ ਸੀ, 1400 ਰੁਪਇਆ। 1400 ਤੋਂ ਅਸੀਂ ਫਿਰ 2400 ਹੋਈ, 2400 ਤੋਂ ਫਿਰ ਆਸਤਾ ਆਸਤਾ 3400 ਹੋਈ, 3400 ਤੋਂ ਆਸਤਾ ਆਸਤਾ ਫਿਰ 8000 ਹੋਈ, ਤੇ 8000 ਤੇ ਜਾ ਕੇ ਅਸੀਂ ਉਹਨੂੰ ਨਾ, ਫਿਰ ਅੱਗੋਂ ਅਸੀਂ ਕੰਮ ਚੇਂਜ ਕਰ ਲਿਆ। ਨਾਲ ਮੈਂ PCO ਬਣਾ ਲਿਆ। ਫਿਰ ਮੈਂ ਟੈਲੀਫੋਨ ਐਕਸਚੇਂਜ 'ਚ ਮੈਂ ਲਾਈਨਮੈਨ ਵੀ ਰਿਹਾ, PDCL 'ਚ। ਅੱਛਾ। ਮੈਂ ਬਹੁਤ ਮਿਹਨਤ ਕੀਤੀ, ਬੜੇ ਕੰਮ ਕੀਤੇ, ਮਜ਼ਦੂਰਾਂ ਦੇ ਮਗਰ ਵੀ ਮਜ਼ਦੂਰੀ ਵੀ ਕੀਤੀ ਹੈ। ਇੱਕ ਇਹ ਵੀ ਟਾਈਮ ਸੀ ਕਿ ਮੈਂ ਨਾ ਇੱਕ ਦਿਨ ਨਾ ਮੇਰੀ ਉਹਦੇ ਨਾਲ ਲੱਗੀ ਡਿਊਟੀ। ਫੋਰਮੈਨ ਨੇ ਮੈਨੂੰ ਕਿਹਾ ਕਿ ਯਾਰ ਮੇਰਾ ਪੁੱਤਰ ਕਮਰਾ ਹੈ, ਤਾਂ ਉੱਥੇ ਜਾਓ ਨਾ, ਮਿਸਤਰੀ ਦੇ ਨਾਲ ਨਾ ਮੇਰੀ ਡਿਊਟੀ ਲੱਗੀ। ਤਾਂ ਸਾਰਾ ਦਿਨ ਨਾ ਮੈਂ ਉਹਨੂੰ ਮਸਾਲਾ ਬਣਾ ਕੇ ਦਿੰਦਾ ਸੀ ਮਿਸਤਰੀ ਨੂੰ। ਤੇ ਮੈਂ ਕਿਹਾ ਯਾਰ ਇਹ ਕੰਮ ਬੜਾ ਆਸਾਨ ਹੈ ਮਿਸਤਰੀ ਵਾਲਾ, ਕਿਤੇ ਇਹ ਸਿੱਖਾਂ ਨਾ ਮੈਂ, ਤਾਂ ਬੜਾ ਕੰਮ ਹੈ। ਯਾਨੀ ਜਿਹੜਾ ਤੁਹਾਡਾ ਸੀਨੀਅਰ ਸੀ? ਹਾਂ, ਵੀ ਇੱਟਾਂ ਵੀ ਇਹਨੂੰ ਮੈਂ ਦੇਣਾ ਔਰ ਇਹਨੂੰ ਮਸਾਲਾ ਵੀ ਮੈਂ ਦੇਣਾ, ਇਹ ਸਿਰਫ ਨਾ ਉੱਤੇ ਬਹਿ ਕੇ ਗੋ ਤੇ ਬਸ ਉੱਤੇ ਰੱਖੀ ਜਾ ਰਿਹਾ। ਤਾਂ ਬਸ ਇਹ ਤਾਂ ਬੜਾ ਆਸਾਨ ਕੰਮ। ਤੇ ਉੱਤੇ ਤਾਂ ਮੈਂ ਸਾਰਾ ਦਿਨ ਜ਼ਲੀਲ ਹੋ ਜਾਣਾ। ਫਾਊਂਡਰੀ ਦੇ ਵਿੱਚ, ਇੰਜੀਨੀਅਰਿੰਗ ਦੇ ਵਿੱਚ ਮੈਂ ਕੰਮ ਕਰਦਾ ਸਾਂ। ਤੇ ਇਹ ਸੀ ਵੀ ਮੈਂ ਕਿਹਾ ਯਾਰ ਮੈਂ ਮਿਸਤਰੀ ਕਦੀ ਬਣ ਜਾਵਾਂ ਤੇ ਮੇਰੀ ਥੋੜੀ ਜਿਹੀ ਮੁਸ਼ਕਲ ਆਸਾਨ ਹੋ ਜਾਏਗੀ। ਅੱਲਾਹੁ। ਮੈਂ ਮਿਸਤਰੀ ਨੂੰ ਕਿਹਾ ਯਾਰ ਮੈਨੂੰ ਕੰਮ ਸਿਖਾ ਦੇ, ਕੰਮ ਬੜਾ ਤੇਰਾ ਆਸਾਨ ਹੈ। ਉਦੋਂ 400 ਦਿਹਾੜੀ ਸੀ ਮਿਸਤਰੀ ਦੀ, ਤਕਰੀਬਨ 200 ਰੁਪਇਆ ਮਜ਼ਦੂਰੀ ਦਿਹਾੜੀ। ਕਿਸ ਸਾਲ ਦੀ ਗੱਲ ਹੈ ਇਹ ਸਨ ਹੈ ਕੋਈ ਤਕਰੀਬਨ 96-97 ਦੀ ਗੱਲ ਹੈ। ਅੱਛਾ, 97-98। ਫਿਰ
ਉਹ ਬਸ ਇਹ ਜ਼ੇਨ ਸੀ। ਫਿਰ ਉਸ ਤੋਂ ਬਾਅਦ ਮੇਰੀ ਸ਼ਾਦੀ ਹੋਈ 2004 ਚ ਸ਼ਾਇਦ ਮੇਰੀ ਸ਼ਾਦੀ ਹੋਈ। ਮੈਂ ਫਿਰ ਨਾ ਫਾਊਂਡਰੀ ਛੱਡ ਦਿੱਤੀ। ਫਾਊਂਡਰੀ ਸਾਰੀ ਗੱਲ ਜਦੋਂ ਸ਼ਾਦੀ ਹੁੰਦੀ ਇਨਸਾਨ ਦੀ, ਉਹ ਫਿਰ ਤੁਹਾਨੂੰ ਪਤਾ ਹੈ ਕਿ ਬੰਦਾ ਕਦੀ ਕੋਈ ਬੁਲਾਉਂਦਾ ਰਿਸ਼ਤੇਦਾਰ, ਕਦੀ ਕੋਈ ਬੁਲਾਉਂਦਾ। ਦਾਵਤਾਂ ਕਰਦੇ ਸੀ ਰਿਸ਼ਤੇਦਾਰ, ਕਦੀ ਕਿਸੇ ਨੇ ਬੁਲਾ ਲੈਣਾ। 4 ਕੁ ਦਿਨ ਜਿਹੜੇ ਕੋਈ ਸਲਾਮੀਆਂ ਸਲੂਮੀਆਂ ਦੇ ਪੈਸੇ ਹੈ ਸਨ, ਉਹ ਸਾਰੇ ਹੀ ਐਸੇ ਤਰ੍ਹਾਂ ਹੀ ਉੱਡ ਗਏ ਟੈਕਸੀਆਂ ਦੇ ਕਿਰਾਇਆ ਦੇ ਵਿੱਚ। ਤੇ ਫਿਰ ਪੈਸੇ ਕੋਈ ਨਹੀਂ ਸਨ ਹੈਗੇ ਕੋਲ। ਤੇ ਫਿਰ ਇੱਕ ਦਿਨ ਮੈਂ ਆਇਆ, ਜਿੱਥੋਂ ਮੈਂ ਅਕਸਰ ਕਹਿੰਦਾ ਕਿ ਮੈਨੂੰ ਅਰਾਈਆਂ ਨਾਲ ਬੜਾ ਪਿਆਰ ਹੈ। ਅੱਛਾ। ਹਾਂਜੀ, ਮੈਂ ਇੱਕ ਦਿਨ ਆਇਆ ਤੇ ਆਪਣਾ ਸਾਈਕਲ ਸਟੈਂਡ ਤੇ ਡਿਊਟੀ, ਮੇਰੀ ਵਾਲਦਾ ਨੇ ਕਿਹਾ ਵੀ ਤੂੰ ਵਿਹਲਾ ਲਗਾ ਫਿਰਨਾ ਹੈ, ਮਹੀਨਾ ਹੋ ਗਿਆ ਤੈਨੂੰ, ਤੇ ਹੁਣ ਤੂੰ ਆਪਣਾ ਕੋਈ ਕੰਮ ਕੁਮ ਕਰ, ਹੁਣ ਬਸ ਕਰ, ਹੁਣ ਬਥੇਰਾ ਫਿਰ ਲਿਆ। ਮੈਂ ਫਿਰ ਸਾਈਕਲ ਸਟੈਂਡ ਤੇ ਗਿਆ, ਆਪਣਾ ਨੌਕਰੀ ਆਪਣੇ ਸਾਈਕਲ ਸਟੈਂਡ ਤੇ ਜਾ ਕੇ ਬੈਠ ਕੇ ਮੇਰੇ ਵਾਲਦ ਸਾਹਿਬ ਮੇਰੇ ਨਾਲ ਹੁੰਦੇ। ਸ਼ੁਰੂ ਤੋਂ ਮੇਰੀ ਨਾ, ਮੈਂ ਆਪਣੇ ਵਾਲਦ ਸਾਹਿਬ ਦੇ ਨਾਲ ਰਿਹਾ। ਮੈਂ ਆਪਣੇ 7 ਸਾਲ ਦਾ ਸਾਂ ਜਦੋਂ ਮੈਂ ਆਪਣੇ ਵਾਲਦ ਸਾਹਿਬ ਦੇ ਨਾਲ ਮੈਂ ਪੜ੍ਹਦਾ ਵੀ ਸੀ, ਤੇ ਨਾਲ ਮੈਂ ਵੈਸੇ ਮਿਡਲ ਪਾਸ ਹਾਂ। ਅੱਛਾ, ਮਿਡਲ ਪਾਸ ਆ, ਮਿਡਲ ਤੱਕ ਮੈਂ ਪੜ੍ਹਿਆ। 9ਵੀਂ ਚ ਮੈਂ ਭਗੌੜਾ ਹੋ ਗਿਆ ਸੀ। ਠੀਕ ਹੈ। ਭਗੌੜਾ ਇਸ ਤੋਂ ਹੋਇਆ ਸੀ ਕਿ ਮੇਰਾ ਆਪਣੇ ਵਾਲਦ ਸਾਹਿਬ ਦੇ ਨਾਲ ਨਾ ਮੈਂ ਕੰਮ ਕਰਦਾ ਸੀ, ਤੇ ਕੰਮ ਵੱਲ ਜ਼ਿਆਦਾ ਤਵੱਜੋ ਦਿੰਦਾ ਸੀ, ਪੜ੍ਹਾਈ ਵੱਲ ਘੱਟ ਤਵੱਜੋ ਦਿੱਤੀ। ਫਿਰ ਮੈਂ ਵਾਲਦ ਸਾਹਿਬ ਦੇ ਨਾਲ ਸਾਈਕਲ ਸਟੈਂਡ ਤੇ ਬੈਠਣਾ ਸ਼ੁਰੂ ਕਰਤਾ। ਤੇ ਇੱਕ ਵਾਰ ਆਈ ਸੀ, ਤੇ ਉਹਨੇ ਮੈਨੂੰ ਕਿਹਾ, ਮੈਂ ਕਿ ਯਾਰ ਮੇਰੇ ਕੋਲ 15,000 ਰੁਪਇਆ ਹੋਵੇ ਨਾ, ਪੈਸੇ ਨਹੀਂ ਸਨ ਹੈਗੇ, ਨਹੀਂ ਮੈਂ ਕਿ ਮੇਰੇ ਕੋਲ 5,000 ਹੋਵੇ ਨਾ, ਤੇ ਮੈਂ ਮਾਸ਼ਾਅੱਲਾ ਆਪਣਾ ਕੰਮ ਚਲਾ ਸਕਣਾ। ਉਹਨੇ ਕਿਹਾ ਮੈਂ ਤੈਨੂੰ 15,000 ਦੇ ਦੇਣਾ ਪੁੱਤ, ਤੂੰ ਕੰਮ ਕਰਕੇ ਵਿਖਾ ਮੈਨੂੰ। ਉਹਨੇ ਮੈਨੂੰ 15,000 ਉਧਾਰਾ ਦਿੱਤਾ। ਮੈਂ 10 ਦਿਨ ਚ ਉਹਦਾ 15,000 ਲਾਤਾ। ਮੈਂ PCO ਬਣਾ ਲਿਆ ਅੰਦਰ। ਉਦੋਂ ਹੁੰਦੇ ਸੀ ਕਾਰਡਲੈਸ ਹੁੰਦੇ ਸੀ, ਨੋਕੀਆ 1100 ਨਵਾਂ ਮੋਬਾਈਲ ਆਇਆ ਸੀ, ਇੱਕ ਇੰਡੀਗੋ ਦੀ ਮੈਂ ਸਿਮ ਲਈ, ਉੱਥੋਂ ਮੈਂ ਟੈਲੀਫੋਨ ਅੰਦਰ ਕਰਾਣੇ ਸ਼ੁਰੂ ਕਰਤੇ। ਬਾਹਰ PCO ਸੀ, ਬਾਹਰ PCO ਸੀ ਸਾਡਾ MNA ਉੱਥੋਂ ਦਾ ਨਨਕਾਣਾ ਸਾਹਿਬ ਦਾ ਰਾਏ ਬਸ਼ੀਰ ਅਹਿਮਦ ਖਾਨ ਪੱਟੀ ਸਾਹਿਬ, ਸਾਡੇ ਜਗੀਰਦਾਰ ਨੇ ਉੱਥੋਂ। ਉਹ PCO ਦੇ ਮੁਕਾਬਲੇ ਤੇ ਮੈਂ ਅੰਦਰ PCO ਖੋਲ ਲਿਆ। ਮੁਕਾਬਲੇ ਮੈਂ ਸ਼ੁਰੂ ਤੋਂ ਹੀ ਕਰਦਾ ਆਇਆ, ਜਿਸ ਤਰ੍ਹਾਂ ਅੱਜ ਮੈਂ ਮੁਕਾਬਲਾ ਕਰ ਰਿਹਾ। ਉਸ PCO ਦਾ ਨਾ ਐਸਾ ਮੈਂ ਨਾ ਸਮਝ ਲਓ ਆਪਰੇਸ਼ਨ ਹੀ ਹੋ ਗਿਆ ਉਹਦਾ, ਕਿ ਮੈਂ ਅੰਦਰ ਮੇਰਾ PCO ਚੱਲ ਗਿਆ, ਉਹ ਨਾਕਾਮ ਹੋ ਗਿਆ। ਫਿਰ ਕੀ ਕੀਤਾ, ਇੱਕ ਦਿਨ ਐਸਾ ਆਇਆ ਕਿ ਉਹੀ PCO ਮੈਂ ਰੈਂਟ ਤੇ ਲੈ ਲਿਆ, ਜਿਹੜਾ ਬਾਹਰ ਉਹਨਾਂ ਦਾ ਸੀ। ਹਾਂਜੀ, ਉਹ ਮਹੀਨੇ ਦਾ ਨਾ ਤਕਰੀਬਨ ਉਸ ਦੌਰ ਦੇ ਵਿੱਚ, ਇਹ ਤਕਰੀਬਨ 2006-7 ਦੀ ਗੱਲ ਹੈ, ਉਦੋਂ ਰੁਪਈਆ 2.5 ਲੱਖ ਸੀਜ਼ਨ ਦਾ ਕੱਢਦੇ ਸੀ। ਸੀਜ਼ਨ ਹੁੰਦਾ 4-5 ਮਹੀਨੇ, ਗੰਨੇ ਦਾ ਸੀਜ਼ਨ। ਅੱਛਾ। ਸ਼ੂਗਰ ਮਿਲ ਦੇ ਅੱਗੇ PCO ਸੀ, ਉਹ ਮੈਂ PCO ਰੈਂਟ ਤੇ ਲੈ ਲਿਆ ਉਹਨਾਂ ਦਾ। ਉਹ ਫਿਰ ਆਸਤਾ ਨਾਲ ਮੈਂ ਚਾਹ ਵਾਲੀ ਦੁਕਾਨ ਬਣਾ ਲਈ। ਉੱਥੋਂ ਬੜੀ ਮਿਹਨਤਾਂ ਕੀਤੀਆਂ ਨੇ, ਬੜੇ ਕੰਮ ਬਦਲੇ ਨੇ। ਫਿਰ ਚਾਹ ਤੋਂ ਬਾਅਦ ਮੇਰੇ ਘਰ ਨਾ, ਫਿਰ ਮੇਰੇ ਘਰ ਉਹ ਬੇਟੀ ਵਾਲੀ ਗੱਲ ਮੈਂ ਅੱਗੇ ਤੁਸੀਂ ਮੈਨੂੰ ਪੁੱਛ ਰਹੇ ਸੀ। ਹਾਂ, ਉਹ ਅਸੀਂ ਪਹਿਲੇ ਚਾਹ 'ਚ ਡਿਸਕਸ ਹੋ ਰਹੀ ਸੀ। ਹਾਂਜੀ, ਮੇਰੀ ਸ਼ਾਦੀ ਹੋਈ, ਤੇ ਸ਼ਾਦੀ ਜਦੋਂ ਇਨਸਾਨ ਦੀ ਸ਼ਾਦੀ ਹੁੰਦੀ ਹੈ ਨਾ, ਤੇ ਅਸਲ ਜ਼ਿੰਦਗੀ ਇਨਸਾਨ ਦੀ ਉਦੋਂ ਸ਼ੁਰੂ ਹੁੰਦੀ ਹੈ। ਮੇਰੀ ਜ਼ਿੰਦਗੀ ਸ਼ੁਰੂ ਹੋਈ ਹੈ ਉੱਥੋਂ, ਜਦੋਂ ਮੇਰੀ ਪਹਿਲੀ ਸ਼ਾਦੀ ਹੋਈ। ਸ਼ਾਦੀ ਤੋਂ ਬਾਅਦ ਜਦੋਂ ਬੇਗਮ ਆਈ, ਤੇ ਰਿਜ਼ਕ 'ਚ ਥੋੜਾ ਜਿਹਾ ਇਜ਼ਾਫਾ ਹੋਇਆ ਕਿ ਮੈਂ PCO ਬਣਾ ਲਿਆ। ਸਿਸਟਮ ਤੇਜ਼ ਹੋ ਗਿਆ ਅੱਗੇ ਨਾਲੋਂ। ਅੱਗੇ ਮੈਂ ਤਨਖਾਹ ਤੇ ਸੈਲਰੀ ਤੇ ਕੰਮ ਕਰਦਾ, ਫਿਰ ਮੈਂ ਆਪਣਾ ਬਿਜ਼ਨਸ ਸਟਾਰਟ ਕਰ ਲਿਆ। ਬਿਜ਼ਨਸ ਬਣ ਗਿਆ। ਮੋਬਾਈਲ ਕਾਰਡ ਲਿਆਣੇ, ਉਦੋਂ 100 ਰੁਪਏ ਦਾ ਜਾਇਜ਼ ਦਾ ਕਾਰਡ ਹੁੰਦਾ ਸੀ, ਤੇ 105 ਰੁਪਏ ਦਾ ਮੈਂ ਸੇਲ ਕਰਦਾ। 5 ਰੁਪਏ ਮੈਨੂੰ ਉਧਰੋਂ ਬਚ ਜਾਂਦੇ ਸੀ। ਉਹ ਦਿਹਾੜੀ ਦੇ ਤਕਰੀਬਨ ਮੈਂ ਨਾ 100 ਕਾਰਡ ਸੇਲ ਕਰ ਲੈਂਦਾ ਸੀ ਸ਼ੂਗਰ ਮਿਲ ਦੇ ਵਿੱਚ। ਔਰ ਮੈਂ ਉਧਰੋਂ ਮੇਰੀ ਠੀਕ ਠਾਕ ਪੈਸੇ, ਮੈਨੂੰ 500 ਰੁਪਇਆ ਤਕਰੀਬਨ 100 ਕਾਰਡ ਹਿਸਾਬ ਲਾ ਲਓ, ਪਤਾ ਨਹੀਂ ਕਿੰਨੇ ਪੈਸੇ ਬਣਦੇ ਨੇ। 500 ਰੁਪਇਆ ਇੱਕ ਕਾਰਡ ਦੇ ਪਿੱਛੇ 5 ਰੁਪਏ। ਹਾਂਜੀ, 5 ਰੁਪਏ 500 ਰੁਪਇਆ ਬਣ ਜਾਂਦਾ ਸੀ। ਉਧਰੋਂ ਕੋਈ ਫੋਨ ਸ਼ੂਨ ਕਰਾਣੇ, ਬਥੇਰਾ ਨਿਜ਼ਾਮ ਚੱਲ ਜਾਣਾ। ਫਿਰ ਜਦੋਂ ਮੇਰੀ ਬੇਟੀ ਹੋਈ ਨਾ, ਤੇ ਬੇਟੀ, ਮੈਂ ਤਾਂ ਕਹਿੰਦਾ ਕਿ ਬੇਟੀਆਂ ਦੇ ਜਿਹੜੇ ਮੁਕੱਦਰ ਨੇ ਨਾ, ਉਹ ਬੜੇ ਮਾਸ਼ਾਅੱਲਾ ਰਹਿਮਤ ਨੇ। ਬੇਟੀਆਂ ਜਿਹੜੀਆਂ ਨਾ ਰਹਿਮਤ ਨੇ, ਇਹ ਲੋਕ ਸਮਝਦੇ ਨਹੀਂ ਇਸ ਗੱਲ ਨੂੰ। ਜਦੋਂ ਮੇਰੀ ਬੇਟੀ ਹੋਈ ਨਾ, ਤੇ ਮੈਨੂੰ ਨਾਲ ਮੈਂ ਚਾਹ ਦਾ ਕੰਮ ਸ਼ੁਰੂ ਕਰ ਲਿਆ। 3 ਰੁਪਏ ਦਾ ਚਾਹ ਦਾ ਕੱਪ ਹੁੰਦਾ ਸੀ, ਮੈਂ 10 ਰੁਪਏ ਦਾ ਚਾਹ ਦਾ ਕੱਪ ਵੇਚਦਾ ਸੀ। ਚਾਹੇ ਮੈਂ ਖਾਲਸ ਦੁੱਧ ਪੱਤੀ ਦਿੰਦਾ ਸੀ। ਕੰਮ ਮੈਂ ਖਾਲਸ ਹੀ ਕੀਤਾ ਸ਼ੁਰੂ ਤੋਂ, ਜਿਹੜਾ ਵੀ ਕੰਮ ਕੀਤਾ ਖਾਲਸ ਕੀਤਾ, ਬੇਈਮਾਨੀ ਨਹੀਂ ਕੀਤੀ। ਇੱਕ ਕਤਰਾ ਪਾਣੀ ਦਾ ਨਹੀਂ ਸਾ ਹੁੰਦਾ। ਹਰ 7 ਮੇਰੇ ਚੁੱਲ੍ਹੇ ਚੱਲਦੇ ਸੀ, 7 ਮੁਲਾਜ਼ਮ ਮੈਂ ਰੱਖੇ ਸੀ ਨਾਲ। ਔਰ ਮਾਸ਼ਾਅੱਲਾ ਇੰਨਾ ਕੰਮ ਸੀ ਕਿ ਲੋਕੀ ਫੈਸਲਾਬਾਦੋਂ ਲੋਕੀ ਮੇਰੇ ਕੋਲ ਚਾਹ ਪੀਣ ਨਨਕਾਣੇ ਹੁੰਦੇ ਸੀ। ਬੜੀ ਮਸ਼ਹੂਰ ਚਾਹ ਸੀ ਮੇਰੀ। ਮੈਂ ਲਾਈਨ ਚ ਲਾ ਕੇ ਚਾਹ ਦਿੰਦਾ ਸੀ। ਮੈਂ ਕਿਹਾ ਲਾਈਨ ਚ ਬਾਹਰ ਆ ਗਏ ਤੇ ਮੈਂ ਚਾਹ ਨਹੀਂ ਦੇਣੀ। ਅੱਛਾ, ਇੰਨਾ ਮੇਰਾ ਕੰਮ ਸੀ। ਲੋ ਜੀ, ਉਹ ਫਿਰ ਮੇਰੇ ਦੂਸਰੀ ਬੇਟੀ ਹੋਈ, ਮੈਂ ਗੱਡੀ ਲੈ ਲਈ। ਵਾਹ। ਗੱਡੀ ਲੈ ਲਈ 1,02,500 ਰੁਪਏ ਦੀ। ਕਿਹੜੀ ਗੱਡੀ ਲਈ? ਨਿਸਾਨ ਸਨੀ। ਉਹਨੂੰ ਮੈਂ ਫਿਰ ਨਾ ਚਲਾਉਣਾ ਸ਼ੁਰੂ ਕਰਤਾ, ਟੈਕਸੀ ਕਿਰਾਏ ਤੇ ਚਲਾਉਣੀ ਸ਼ੁਰੂ ਕਰਤੀ। ਉਹ ਨਾਲ ਮੈਂ ਸਵਾਰੀ ਸੂਰੀ ਵਾਲੇ ਚਲਾ ਜਾਣਾ, ਤੇ ਉਧਰੋਂ ਮੇਰਾ ਜਿਹੜਾ ਸਾਰੀ ਗੱਲ, ਉਹ ਸਵਾਰੀ ਵਾਲਾ ਚਸਕਾ ਭੈੜਾ ਸੀ। ਰੋਟੀ ਵੀ ਚੰਗੀ ਲੱਭਦੀ ਸੀ, ਫੇਰਾ ਟੋਰਾ ਵੀ ਲੱਭਦਾ ਸੀ।
ਬਸ ਲੋਕਾਂ ਦੇ ਨਾਲ ਜਾਣਾ ਤੇ ਉਹ ਰੁਪਈਆ ਸ਼ਾਮ ਨੂੰ ਨਾ ਮੈਨੂੰ ਉਹਨਾਂ ਨੇ 700-800 ਦੇ ਦੇਣਾ ਤੇ ਆਪਣੀ ਗੱਡੀ ਮੈਂ ਚਲਾਣੀ 1000 ਰੁਪਇਆ ਤਕਰੀਬਨ ਸ਼ਾਮ ਨੂੰ ਬਣ ਜਾਣਾ ਸਕੂਲ। ਉਹ ਮੈਨੂੰ ਐਸਾ ਚਸਕਾ ਪਿਆ ਕਿ ਮੈਂ ਉਹ ਚਾਹ ਵਾਲਾ ਕੰਮ ਛੱਡ ਕੇ ਤੇ ਗੱਡੀ ਚਲਾਉਣੀ ਸ਼ੁਰੂ ਕਰਤੀ। ਜਦੋਂ ਗੱਡੀ ਚਲਾਉਣੀ ਸ਼ੁਰੂ ਕਰਤੀ, ਗੱਡੀ ਤੋਂ ਬਾਅਦ ਫਿਰ ਮੈਂ ਜਿਹੜਾ ਨਾ ਫਿਰ ਮੈਂ ਮੋਟਰਸਾਈਕਲਾਂ ਦਾ ਗੱਡੀ ਨਾਲ ਮੈਂ ਵੇਚਣੀ ਵੀ ਸ਼ੁਰੂ ਕਰਤੀ। ਗੱਡੀ ਰੱਖੀ ਨਹੀਂ ਮੈਂ ਕਿਹਾ ਇਹਨੂੰ ਨਾਲ ਵੇਚੀ ਵੀ ਜਾਵਾਂ। ਚਲੋ ਉਹ ਮੇਰੀ 1,02,500 ਦੀ ਲਈ ਸੀ, 1,40,000 ਦੀ ਮੈਂ ਸੇਲ ਕਰਤੀ। ਐ ਸਾਫ ਸੁਥਰੀ ਰੱਖਦਾ ਸੀ ਮੈਂ ਗੱਡੀ। ਅੱਛਾ, ਪਹਿਲੀ ਗੱਡੀ ਜਿਹੜੀ ਤੁਸੀਂ ਲਈ? ਪਹਿਲੀ ਲਈ ਨਾ ਬੜੀ ਔਖਿਆਂ ਹੋ ਕੇ ਲਈ। ਮੋਟਰਸਾਈਕਲ ਸੀ ਵੇਚ ਦਿੱਤੀ, ਨਾਲ ਕੋ ਥੋੜੇ ਜਿਹੇ ਪੈਸੇ ਸੀ ਉਹ ਦਿੱਤੇ, ਥੋੜੇ ਜਿਹਾ ਉਧਾਰ ਕੀਤਾ। 1,02,500 ਦੀ ਗੱਡੀ ਲਈ, ਉਹ 1,40,000 ਦੀ ਮੇਰੀ ਮਹੀਨੇ ਕੁ ਬਾਅਦ ਵਿਕ ਗਈ। ਫਿਰ ਮੈਂ 1,90,000 ਦੀ ਗੱਡੀ ਲਈ। 1,40,000 ਉਹਨਾਂ ਨੂੰ ਕੈਸ਼ ਦੇ ਦਿੱਤਾ, 50,000 ਦਾ ਟਾਈਮ ਲੈ ਲਿਆ, 1,90,000 ਦੀ ਗੱਡੀ ਲਈ। ਉਹ ਮੈਂ 2,33,000 ਦੀ ਗੱਡੀ ਸੇਲ ਕਰ ਲਈ। ਵਾਹ। ਉਧਰ ਫਿਰ ਮੈਨੂੰ ਪ੍ਰੋਫਿਟ ਹੋਇਆ। ਫਿਰ ਮੈਂ ਗੱਡੀ ਲੈ ਲਈ 5.25 ਲੱਖ ਰੁਪਏ ਦੀ। 2,33 ਉਹਨਾਂ ਨੂੰ ਨਗਦ ਦੇ ਦਿੱਤਾ, ਬਾਕੀ ਕਰ ਲਿਆ ਟਾਈਮ। ਉਹ ਮੈਂ ਸਾਫ ਸੁਥਰੀ ਰੱਖਦਾ ਸਾਂ, ਚਮਕਾ ਕੇ ਰੱਖਦਾ ਸਾਂ 24 ਘੰਟੇ। ਕਦੋਂ ਗਾਹਕ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਆ ਜਾਵੇ। ਗਾਹਕ ਦਾ ਤੇ ਮੌਤ ਦਾ ਕੋਈ ਪਤਾ ਨਹੀਂ। ਅੱਲਾਹੁ। ਹਾਂਜੀ। ਮੈਂ ਫਿਰ ਉਹਨੂੰ ਨਾ ਜਨਾਬ ਉਹਨੂੰ ਵੇਚਣਾ ਸ਼ੁਰੂ ਕਰਤਾ। ਆਸਤਾ ਆਸਤਾ ਅੱਲਾ ਨੇ ਮੇਰੇ ਬਾਂਹ ਫੜ ਲਈ, ਮੇਰਾ ਨਿਜ਼ਾਮ ਚੱਲ ਗਿਆ। ਫਿਰ ਮੈਂ ਕਰੋਲਾ ਇੱਕ ਹੋਰ ਲਈ 2003 ਮਾਡਲ ਦੀ ਐਸੀ ਸਲੋਨ। ਹੁਣ ਤੁਸੀਂ ਇਹ ਜਿਹੜਾ ਡੋਗਰ ਮੋਟਰ ਨਨਕਾਣਾ ਹੈ ਜੀ, ਇਹ ਕਿਸ ਜਗ੍ਹਾ ਲਾਉਂਦੇ ਹੋ ਮੇਲਾ, ਔਰ ਇੱਥੇ ਇਹ ਕੀ ਚੀਜ਼ ਹੈ? ਫੇਸਬੁੱਕ ਤੇ ਟਿਕਟੌਕ ਤੇ ਤੁਸੀਂ ਨਜ਼ਰ ਆਉਂਦੇ ਹੋ, ਗੱਡੀ ਹੁੰਦੀ ਹੈ ਇਰਦ ਗਿਰਦ ਕੋਈ 15-20 ਲੋਕ ਖੜੇ ਹੁੰਦੇ ਹਾਂਜੀ। ਇਹ ਨਾ ਜੀ ਅਸੀਂ ਅਲ ਜਲੀਲ ਗਾਰਡਨ ਸੁਸਾਇਟੀ ਇੱਥੇ ਫੈਜ਼ਪੁਰ ਇੰਟਰਚੇਂਜ ਸ਼ਰਕਪੁਰ ਰੋਡ ਤੇ, ਲਾਹੌਰ ਤੋਂ ਜਦੋਂ ਤੁਸੀਂ ਜਾਂਦੇ ਹੋ ਨਾ ਫੈਸਲਾਬਾਦ, ਸ਼ਰਕਪੁਰ ਰੋਡ ਹੈ ਉਹਦੇ ਤੇ ਇਹ ਸੁਸਾਇਟੀ ਹੈ। ਉਹਦੇ ਅੰਦਰ ਸ਼ੋਰੂਮ ਹੈ ਸਾਡਾ ਡੋਗਰ ਮੋਟਰ ਨਨਕਾਣਾ ਵਾਲੇ ਦੇ ਨਾਂ ਤੋਂ। ਕਈ ਲੋਕ ਸਮਝਦੇ ਨੇ ਕਿ ਨਨਕਾਣੇ ਸ਼ੋਰੂਮ ਹੈ। ਨਨਕਾਣੇ ਨਹੀਂ, ਇਹ ਮੇਰੀ ਪਹਿਚਾਣ ਹੈ ਨਨਕਾਣੇ ਦੇ ਨਾਮ ਤੋਂ। ਮੈਂ ਨਨਕਾਣੇ ਦੇ ਨਾਮ ਨੂੰ ਨਹੀਂ ਛੱਡਿਆ, ਬਲਕਿ ਨਨਕਾਣੇ ਦੇ ਨਾਮ ਨੂੰ ਪ੍ਰਮੋਟ ਕੀਤਾ। ਨਨਕਾਣੇ ਦੇ ਨਾਮ ਦਾ ਹੋ ਸਕਦਾ ਕਿ ਇੰਨਾ ਕਿਸੇ MNA MP ਨੇ ਨਹੀਂ ਪ੍ਰਮੋਟ ਕੀਤਾ ਜਿੰਨਾ ਮੈਂ ਕੀਤਾ। ਡੋਗਰ ਮੋਟਰ ਨਨਕਾਣਾ ਜਨਾਬ ਇਸ ਵਕਤ ਜੀ ਹਾਂਜੀ ਸੈਲੀਬ੍ਰਿਟੀ ਹੋ ਦੁਨੀਆ ਦੇ ਉੱਤੇ ਮਾਸ਼ਾਅੱਲਾ ਬੜਾ ਨਾਮ ਕਮਾਇਆ। ਔਰ ਅੰਦਰ ਸੁਸਾਇਟੀ ਦੇ ਅੰਦਰ ਸਾਡਾ ਸ਼ੋਰੂਮ ਹੈ ਔਰ ਅਸੀਂ ਮੇਲਾ ਲਾਉਂਦੇ ਹਾਂ। ਮੇਲੇ ਦੀ ਸ਼ਕਲ ਦਿੱਤੀ ਹੈ ਕਿਉਂਕਿ ਸਿਰਫ ਅਸੀਂ ਗੱਡੀ ਮੇਲੇ 'ਚ ਹੀ ਵੇਚਦੇ ਹਾਂ, ਅੱਗੇ ਪਿੱਛੇ ਅਸੀਂ ਗੱਡੀ ਸੇਲ ਨਹੀਂ ਕਰਦੇ। ਠੀਕ ਹੈ। ਅਸੀਂ ਮੇਲੇ ਦੇ ਵਿੱਚ ਲੋਕ ਸਾਡੇ ਕੋਲ ਗੱਡੀਆਂ ਲੈ ਕੇ ਆ ਜਾਂਦੇ ਨੇ, ਉਹਨਾਂ ਦੀ ਅਸੀਂ ਗੱਡੀ ਸੇਲ ਕਰਨੇ ਆ। 15,000 ਰੁਪਏ ਅਸੀਂ ਕਮਿਸ਼ਨ ਲੈਂਦੇ ਹਾਂ। ਗੱਡੀ ਭਾਵੇਂ 3 ਕਰੋੜ ਦੀ ਹੋਵੇ, ਭਾਵੇਂ 2 ਕਰੋੜ ਦੀ ਹੋਵੇ, ਸਾਡਾ ਫਿਕਸ ਕਮਿਸ਼ਨ ਹੈ 15,000 ਰੁਪਏ। ठीक है। तो कितनियां गड्डियां आती हैं मेरे? तकरीबन 2-3 हज़ार गड्डी आ जाती है। ये तो बहुत बड़ा एक किस्म का कारोबार है, इन्वेस्टमेंट है वहाँ पे। और क्या कुछ आप बता रहे थे अभी जब हम पहले डिस्कस कर रहे थे कि उन लोगों को खाना भी सारा आप जी बिल्कुल ਅਸੀਂ बंदोबस्त करते हैं? ਜੀ ਸਾਰੀ ਗੱਲ ਮੇਲਾ ਹੈ ਨਾ ਤੇ ਦੂਰ ਦਰਾਜ਼ ਤੋਂ ਲੋਕ ਆਉਂਦੇ ਨੇ। ਪਹਿਲੇ ਤੇ ਕਈ ਲੋਕ ਰਾਤ ਨੂੰ ਹੀ ਆ ਜਾਂਦੇ ਨੇ। अच्छा। ਜਿਨ੍ਹਾਂ ਨੇ ਗੱਡੀਆਂ ਖਰੀਦਣੀਆਂ ਹੁੰਦੀਆਂ ਨੇ ਨਾ ਉਹ ਰਾਤ ਨੂੰ ਰੁਕ ਜਾਂਦੇ ਨੇ ਆ ਕੇ। ਉਹਨਾਂ ਦੇ ਰੁਕਣ ਦਾ ਵੀ ਬੰਦੋਬਸਤ ਪੂਰਾ ਕੀਤਾ ਹੈ। ਤੁਸੀਂ ਕਰਦੇ ਹੋ? ਜੀ ਅਸੀਂ ਕਰਨੇ ਆ। फ्री ਮੇਲਾ ਹੈ ਨਾ ਜੀ, ਹਾਂਜੀ ਫ੍ਰੀ ਸਾਰਾ ਕੁਝ, ਫ੍ਰੀ ਆਫ ਕਾਸਟ। ਖਾਣਾ ਸਾਡਾ 3 ਟਾਈਮ ਖਾਣਾ ਚੱਲਦਾ ਔਰ ਅੱਛਾ ਖਾਣਾ, ਮਿਆਰੀ ਖਾਣਾ ਅਸੀਂ ਦਿੰਦੇ ਹਾਂ। ਇਹ ਨਹੀਂ ਕਿ ਐਵੇਂ ਬਸ ਫਾਰਮੈਲਿਟੀ ਪੂਰੀ ਨਹੀਂ, ਕਿਉਂਕਿ ਸਾਰੀ ਬਰਕਤ ਹੀ ਲੰਗਰ ਦੀ ਹੈ। ਸ਼ੁਰੂ ਤੋਂ ਮੈਂ ਲੰਗਰ ਵਸੀਹ ਰੱਖਿਆ, ਭਾਵੇਂ ਮੇਰੀ ਕਰਿਆਨੇ ਦੀ ਦੁਕਾਨ ਸੀ ਤੇ ਭਾਵੇਂ ਜੋ ਮਰਜ਼ੀ ਸੀ। ਸ਼ੁਰੂ ਤੋਂ ਮੈਂ ਨਨਕਾਣ, ਜਦੋਂ ਮੇਰੀ ਕਰਿਆਨੇ ਦੀ ਦੁਕਾਨ ਸੀ ਨਾ, ਉਦੋਂ ਵੀ ਮੈਂ ਪਿੰਡ ਦੇ ਵਿੱਚ ਕੋਈ ਕਿਸੇ ਨੇ ਕੱਪੜਾ ਵੇਚਣ ਆਉਣਾ ਹੈ, ਕਿਸੇ ਨੂੰ ਕੋਈ ਕੰਮ ਹੈ ਤੇ ਮੇਰੇ ਹੀ ਦੁਕਾਨ ਤੇ ਹੀ ਉਹਨੇ ਆ ਕੇ ਸਟਾਲ ਲਾਣਾ ਆਪਣਾ। ਕਿਉਂ? ਰੋਟੀ ਪਾਣੀ ਮੇਰੇ ਕੋਲ ਹੀ ਲੱਭਦਾ ਸੀ ਉਹਨੂੰ, ਤੇ ਜਿੱਥੋਂ ਰੋਟੀ ਪਾਣੀ ਲੱਭਣਾ ਉੱਥੇ ਹੀ ਬੰਦੇ ਜਾਣਾ ਹੁੰਦਾ। ਔਰ ਇਹ ਅੱਲਾ ਨੇ ਪਤਾ ਨਹੀਂ, ਇਹ ਜਿਹੜਾ ਮੈਂ ਲੰਗਰ ਚਲਾਉਣਾ ਇਸ ਵਜ੍ਹਾ ਤੋਂ ਹੀ ਅੱਲਾ ਨੇ ਮੈਨੂੰ ਤੇ ਇੰਨੀ ਖੈਰ ਕੀਤੀ ਹੈ ਕਿ ਮੈਂ ਇੱਕ ਦੌਰ ਉਹ ਵੀ ਸੀ ਕਿ ਮੈਂ ਸਪੀਕਰ ਸੀ ਪਿੰਡ ਦੇ ਵਿੱਚ ਲਾਇਆ। ਸਪੀਕਰ ਉਦੋਂ ਵੀ ਮੈਂ ਲਾਇਆ ਹੋਇਆ ਸੀ। अच्छा। ਇੱਕ ਕਰਿਆਨੇ ਵਾਲੀ ਦੁਕਾਨ ਤੇ ਨਾ ਇੱਕ ਸਪੀਕਰ ਲਾਇਆ, ਐਲਾਨ ਮੈਂ ਕਰਦਾ ਸਾਂ ਪਿੰਡ 'ਚ। ਮਸਜਿਦਾਂ 'ਚ ਤੇ ਐਲਾਨ ਕਰਨ ਨਹੀਂ ਸੀ ਨਾ ਦਿੰਦੇ, ਪਹਿਲੇ ਮਸਜਿਦਾਂ 'ਚ ਐਲਾਨ ਹੁੰਦਾ ਸੀ, ਫਿਰ ਮਸਜਿਦ 'ਚ ਐਲਾਨ ਬੰਦ ਹੋ ਗਿਆ। ਮੈਂ ਸਪੀਕਰ ਲਾ ਲਿਆ, ਮੈਂ 5 ਰੁਪਏ ਸਪੀਕਰ ਦੇ ਐਲਾਨ ਕਰਨ ਦੇ ਲੈਂਦਾ ਸੀ। ਔਰ ਮੇਰੇ ਕੋਲ ਨਾ ਟੈਲੀਫੋਨ ਆਉਂਦਾ ਸੀ ਲੋਕਾਂ ਦਾ, ਤੇ ਫੋਨ ਮੇਰੇ ਘਰ ਹੀ ਲੱਗਾ ਸੀ। ठीक है। ਤੇ ਮੈਂ ਐਲਾਨ ਕਰਦਾ ਸੀ ਕਿ ਫਲਾਣਿਆ ਤੇਰਾ ਫੋਨ ਆਇਆ, ਆ ਕੇ ਆਪਣਾ ਫੋਨ ਸੁਣ ਲੈ। ਉਹਦੇ ਕੋਲ 5 ਰੁਪਏ ਲੈਂਦਾ ਸੀ ਫੋਨ ਸੁਣਨ ਦੇ। ਤੇ ਹੁਣ ਤੁਸੀਂ ਦੱਸ ਰਹੇ ਜਿਸ ਤਰ੍ਹਾਂ ਕਿ ਇੱਥੇ ਹੁਣ ਤੁਸੀਂ ਸਾਰਾ ਬੰਦੋਬਸਤ ਤੁਸੀਂ ਕਰਦੇ ਹੋ? ਅਸੀਂ ਸਾਰਾ ਬੰਦੋਬਸਤ ਅਸੀਂ ਕਰਨੇ ਆ, ਰੋਟੀ ਪਾਣੀ ਰਿਹਾਇਸ਼ ਸਾਰਾ ਕੁਝ ਅਸੀਂ ਦਿੰਦੇ ਆ। ਮੇਰੇ ਕੋਲ ਮਾਸ਼ਾਅੱਲਾ 135 ਬੰਦੇ ਨੇ। ਅੱਛਾ। ਜਿਹੜੇ ਮੇਰੀ ਟੀਮ ਹੈ ਸ਼ੋਰੂਮ ਦੀ, 135 ਉਹ ਬੰਦੇ ਨੇ ਜਿਹਨੇ ਆਪਣੇ ਜ਼ਾਤੀ ਸ਼ੋਰੂਮਾਂ ਦੇ ਮਾਲਕ ਨੇ। ਉਹ ਕੋਈ ਵਿਹਾੜੀ ਤੋਂ, ਕੋਈ ਸ਼ੇਖੂਪੁਰੇ ਤੋਂ, ਕੋਈ ਫੈਸਲਾਬਾਦ ਤੋਂ, ਜਗ੍ਹਾ ਜਗ੍ਹਾ ਤੋਂ ਲੋਕ ਆ ਕੇ
ਇੱਥੇ ਕਿਉਂਕਿ ਬਾਹਰ ਨਾ ਇਸ ਟਾਈਮ ਕੰਮ ਨਹੀਂ ਹੈ। OLX रोजगार तो है ही नहीं है ना पाकिस्तान में, ਕੋਈ ਵੀ बिजनेस तो ਕੰਮ कोई चीज नहीं है। ਕੋਈ ਵੀ ਕਾਰੋਬਾਰ ਨਹੀਂ ਹੈਗਾ। ਇਹ ਨਹੀਂ ਕਿ ਸਾਡਾ ਗੱਡੀਆਂ ਦਾ, ਹਰ ਕਾਰੋਬਾਰ ਦਾ ਹੀ ਬੇੜਾ ਗਰਕ ਹੋ ਗਿਆ ਹੈ ਕੁਝ ਅਰਸੇ ਤੋਂ, ਬਿਲਕੁਲ ਹੀ ਫਲਾਪ ਹੋਈ ਪਈ ਅੱਜ। ਲੇਕਿਨ ਗੱਡੀਆਂ ਦਾ ਤੇ ਬਿਲਕੁਲ ਹੀ ਕਾਰੋਬਾਰ ਕੋ ਨਹੀਂ ਬਾਹਰ ਹੈਗਾ। ਇਹ ਸਾਡਾ ਲੱਗਦਾ ਮੇਲਾ, ਮੇਲੇ ਦੇ ਵਿੱਚ ਲੋਕਾਂ ਦਾ ਫਾਇਦਾ ਹੈ ਗੱਡੀ ਖਰੀਦਣ ਦਾ। ਖਰੀਦਣੀ ਵੀ ਆਸਾਨ ਹੈ ਔਰ ਵੇਚਣੀ ਵੀ ਆਸਾਨ ਹੈ, ਕਿਉਂਕਿ ਹਰ ਤਰ੍ਹਾਂ ਦਾ ਕਸਟਮਰ ਆਇਆ ਹੁੰਦਾ। ਕਿਸੇ ਨੂੰ ਮਹਾਰਾਜ ਨੇ, ਕਿਸੇ ਨੂੰ ਬਾਦੀ ਨੇ, ਕਿਸੇ ਨੂੰ ਇੱਕ ਚੀਜ਼ ਪਸੰਦ ਆ ਰਹੀ ਹੁੰਦੀ, ਦੂਸਰੇ ਨੂੰ ਨਹੀਂ ਆ ਰਹੀ ਹੁੰਦੀ। ਤੁਹਾਡਾ ਜਿਹੜਾ ਮੇਲਾ ਹੈ ਤੇ ਫਿਰ ਬੜੇ ਲੋਕਾਂ ਵਾਸਤੇ ਰੋਜ਼ਗਾਰ ਜ਼ਰੀਆ ਰੋਜ਼ਗਾਰ ਹੈ। 130-35 ਬੰਦਿਆਂ ਦਾ ਰੋਜ਼ਗਾਰ ਲੱਗਾ ਔਰ ਜਿੰਨੇ ਇੱਥੇ ਡੀਲ ਕਰਨੀ ਉਹਦੀ ਕਮਿਸ਼ਨ ਹੈ। ਅੱਛਾ, ਇਹ ਬੜਾ ਸਿਸਟਮ ਹੈ ਸਾਡਾ। ਤੁਸੀਂ ਜਿਹੜਾ ਬੰਦਾ ਡੀਲ ਕਰੇਗਾ ਨਾ, ਜਿਹੜੇ 135 ਬੰਦੇ ਨੇ ਗੱਡੀਆਂ ਸੇਲ ਕਰਦੇ ਨੇ, ਜਿੰਨੇ ਗੱਡੀਆਂ ਸੇਲ ਕਰਨੀ ਹੈ ਨਾ ਉਹਦੀ ਕਮਿਸ਼ਨ ਹੈ। ਹਰ ਬੰਦੇ ਨਾਲ ਮੇਰਾ 50-50 ਹੈ। 15,000 ਰੁਪਇਆ ਉਹਨੇ ਲੈ ਜਾਣਾ, 15 ਮੈਨੂੰ ਆ ਜਾਣਾ। ਤੇ ਤੁਸੀਂ ਵੇਚਣ ਵਾਲੇ ਔਰ ਖਰੀਦਣ ਵਾਲੇ ਦੋਨਾਂ ਕੋ ਕਮਿਸ਼ਨ ਲੈਂਦੇ ਹੋ? ਹਾਂਜੀ, ਦੋਨਾਂ ਕੋ 15,000 ਰੁਪਇਆ ਅਸੀਂ ਲੈਂਦੇ ਆ। ਉਹਦੇ 'ਚ ਅਸੀਂ ਗੱਡੀ ਦੀ CIA ਐਂਟੀ ਕਾਰ ਲਿਫਟਿੰਗ ਤੋਂ ਚੈੱਕ ਕਰਵਾ ਕੇ ਦੇਣੀ ਹੁੰਦੀ ਹੈ। ਉਹਦੇ 'ਚ ਅਸੀਂ ਗੱਡੀ ਦੇ ਮੁਕੰਮਲ ਡਾਕੂਮੈਂਟਸਾਂ ਦੀ ਤਸੱਲੀ ਦੇਣੀ ਹੈ ਕਰਕੇ, ਉੱਥੇ ਉਹਨਾਂ ਨੂੰ ਵੀ ਅਸੀਂ ਪੈਸੇ ਦਿੰਦੇ ਆ। ਅੱਛਾ ਬ੍ਰੋਕਰ ਸਾਹਿਬ, ਆਮ ਤੌਰ ਤੇ ਬੰਦਾ ਜਦੋਂ ਗੱਡੀ ਖਰੀਦਦਾ ਉਹਨੂੰ ਇਹ ਸ਼ੱਕ ਹੁੰਦਾ ਹੈ ਜਾਂ ਡਰ ਹੁੰਦਾ ਸੈਕੰਡ ਹੈਂਡ ਗੱਡੀ 'ਚ ਕਿ ਲੱਗੀ ਨਾ ਹੋਏ ਜਾਂ ਚੋਰੀ ਦੀ ਨਾ ਹੋਏ, ਬੜਾ ਵੀ ਡਰ ਤੁਸੀਂ ਗਾਰੰਟੀ ਲੈਂਦੇ ਹੋ? ਸਰ ਬਾਹਰੋਂ ਤੇ ਹੈ ਹੀ ਡਰ ਹੈ ਨਾ, ਸਾਰਾ ਡਰ ਹੀ ਤੇ ਖਤਮ ਕੀਤਾ ਲੋਕਾਂ ਦਾ, ਤਾਂ ਹੀ ਤੇ ਲੋਕ ਸਾਡੇ ਕੋਲ ਆ ਰਹੇ ਨੇ। ਅਸੀਂ ਕੀ ਕਰਨੇ ਆ, ਸਾਡੇ ਕੋਲ ਬੰਦਾ ਹੁੰਦਾ ਗੱਡੀ ਲੈਣ ਵਾਸਤੇ, ਅਸੀਂ ਉਹਨੂੰ ਨਹੀਂ ਜਾਣਦੇ ਕੌਣ ਹੈ, ਨਾ ਅਸੀਂ ਵੇਚਣ ਵਾਲੇ ਨੂੰ ਜਾਣਦੇ ਕੌਣ ਹੈ। ਜੇ ਅਸੀਂ ਜਾਣਦੇ ਵੀ ਹੋਈਏ ਤੇ ਅਸੀਂ ਉਹਨੂੰ ਲਿਫਟ ਹੀ ਨਹੀਂ ਕਰਾਉਂਦੇ। ਸਾਡਾ ਇੱਕ ਤਰੀਕਾਕਾਰ ਹੈ, ਉਸ ਤਰੀਕੇਕਾਰ ਨਾਲ ਉਹਨੇ ਚੱਲਣਾ। ਅਗਰ ਉਹਨੇ ਤਰੀਕੇਕਾਰ ਤੋਂ ਥੋੜਾ ਜਿਹਾ ਧਰਮ ਬਰਮ ਹੋਣਾ ਨਾ, ਉਹ ਸਮਝ ਲਓ ਮਰ ਗਿਆ। ਉਹ ਕੀ ਤਰੀਕਾਕਾਰ ਹੈ ਤੁਹਾਡਾ ਜੀ? ਸਾਡਾ ਇਹ ਤਰੀਕਾਕਾਰ ਹੈ, ਸਭ ਤੋਂ ਪਹਿਲੇ ਗੱਡੀ ਆ ਗਈ ਸਾਡੇ ਪੰਡਾਲ 'ਚ ਦਾਖਲ ਹੋ ਗਈ, ਅਸੀਂ ਉਹਦੀ ਇਨਸਪੈਕਸ਼ਨ ਕਰਨੇ ਆ। ਗੱਡੀ ਦੀ ਇਨਸਪੈਕਸ਼ਨ ਹੁੰਦੀ ਹੈ, ਟੀਮ ਰੱਖੀ ਇਨਸਪੈਕਸ਼ਨ ਦੀ। 2,000 ਰੁਪਇਆ ਉਹਦੀ ਫੀਸ ਹੈ। ਤੁਸੀਂ 2,000 ਰੁਪਇਆ ਤੁਸੀਂ ਗੱਡੀ ਲੈ ਕੇ ਆਉਂਦੇ ਹੋ ਜਾਂ ਕੋਈ ਭਾਈ ਗੱਡੀ ਲੈ ਕੇ ਆਉਂਦਾ ਹੈ, 2,000 ਰੁਪਇਆ ਜਾ ਕੇ ਉਹਨਾਂ ਨੂੰ ਇਨਸਪੈਕਸ਼ਨ ਵਾਲਿਆਂ ਨੂੰ ਦੇਗਾ। ਉਹਦੀ ਪੂਰੀ ਗੱਡੀ ਦੀ ਇਨਸਪੈਕਸ਼ਨ ਸ਼ੀਟ ਬਣਾ ਕੇ ਦੇਣਗੇ ਕਿ ਤੁਹਾਡੀ ਗੱਡੀ ਦੀ ਇਹ ਕੰਡੀਸ਼ਨ ਹੈ। ਫਿਰ ਉਸ ਸ਼ੀਟ ਦੇ ਮੁਤਾਬਕ ਬੋਲੀ ਹੋਏਗੀ ਗੱਡੀ ਦੀ। ਸਾਡਾ ਬੋਲੀ ਵਾਲਾ ਬੰਦਾ ਬੋਲੀ ਲਾਏਗਾ ਕਿ ਇਸ ਗੱਡੀ ਦੀ ਇਹ ਕੰਡੀਸ਼ਨ ਹੈ, ਇਹਦੇ ਮੁਤਾਬਕ ਇਹ ਗੱਡੀ ਹੈ, ਇਹਦੀ ਹੁਣ ਬੋਲੀ ਲਾਓ। ਤੇ ਜਿਹਨੂੰ ਸਮਝ ਆਉਂਦੀ ਹੈ ਉਹ ਫਿਰ ਬੋਲੀ ਲੱਗੇਗੀ। ਅਗਰ ਮਾਲਕ ਨੂੰ ਰੇਟ ਸਮਝ ਆ ਜਾਏਗਾ ਤੇ ਮਾਲਕ ਦੇ ਦੇਗਾ, ਨਹੀਂ ਰੇਟ ਸਮਝ ਆਏਗਾ ਤੇ ਨਹੀਂ ਦੇਗਾ। ਅਗਰ ਮਾਲਕ ਨੂੰ ਸਮਝ ਆ ਜਾਏਗਾ ਰੇਟ ਤੇ ਉਹ ਦੇ ਦੇਗਾ। 5,000 ਟੋਕਨ ਹੋਏਗਾ। ਟੋਕਨ ਹੋਣ ਤੋਂ ਬਾਅਦ ਗੱਡੀ ਆਏਗੀ ਮੇਰੇ ਕੋਲ, ਮੈਂ ਚੈੱਕ ਕਰਾਂਗਾ ਇਹਦਾ ਰੇਟ ਠੀਕ ਹੈ, ਇਹ ਗੱਡੀ ਮਹਿੰਗੀ ਤੇ ਨਹੀਂ। ਮਹਿੰਗੀ ਗੱਡੀ ਨਹੀਂ ਅਸੀਂ ਵੇਚਦੇ। ਅੱਛਾ, ਅਸੀਂ ਮਾਰਕੀਟ ਨਾਲੋਂ 50,000 ਜਾਂ ਲੱਖ ਰੁਪਇਆ ਗੱਡੀ ਸਸਤੀ ਵੇਚਣੀ। ਅਗਰ ਮਹਿੰਗੀ ਗੱਡੀ ਹੋਣੀ ਹੈ ਅਸੀਂ ਕੈਂਸਲ ਕਰ ਦੇਣੀ। ਅਸੀਂ ਉਹਨੂੰ ਕਹਿਣਾ ਵੀ ਤੁਹਾਡੀ ਗੱਡੀ ਮਹਿੰਗੀ ਹੈ, ਐਨੇ ਦੀ ਨਹੀਂ ਹੈਗੀ, ਕਿਉਂਕਿ ਅਸੀਂ ਜਿਹੜੇ ਕਸਟਮਰ ਨੂੰ ਗੱਡੀ ਦਿੰਦੇ ਆ ਉਹ ਸਾਡਾ ਕਸਟਮਰ ਜ਼ਾਤੀ ਕਸਟਮਰ ਹੈ ਔਰ ਅਸੀਂ ਹਾਲਾਂਕਿ ਉਹਨੂੰ ਜਾਣਦੇ ਨਹੀਂ ਹੁੰਦੇ ਕੌਣ ਹੈ, ਲੇਕਿਨ ਅਸੀਂ ਇਸ ਜ਼ੇਨ ਨਾਲ ਗੱਡੀ ਦਿੰਦੇ ਆ ਕਿ ਇਹ ਕਸਟਮਰ ਨਹੀਂ ਲੈ ਰਿਹਾ, ਇਹ ਅਸੀਂ ਲੈ ਰਹੇ ਹਾਂ ਤੇ ਸਾਡੇ ਘਰ ਜਾ ਰਹੀ ਹੈ। ਇਸ ਜ਼ੇਨ ਨਾਲ ਅਸੀਂ ਕੰਮ ਕਰਨੇ ਆ ਕਿ ਇਹ ਸਾਡੇ ਘਰ ਜਾ ਰਹੀ ਹੈ, ਤਾਂ ਬਰਕਤ ਹੈ ਸਾਰੀ।